उधर हरियाणा एसजीएमसी एक्ट ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ। एसजीपीसी ਪ੍ਰਧਾਨ ਨੇ ਹਰਿयाणा ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਹੈ ਕਿ ਸਾਨੂੰ ਜੋ ਖਦਸ਼ਾ ਸੀ ਉਹੀ ਹੋਇਆ ਹੈ। एसजीपीसी ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹਰਿयाणा ਸਰਕਾਰ ਤੇ ਨਿਸ਼ਾਨਾ ਸਾਧਿਆ ਹੈ, ਕਿਹਾ ਕਿ ਸਾਨੂੰ ਜੋ ਖਦਸ਼ਾ ਸੀ ਉਹੀ ਹੋਇਆ ਹੈ। ਹਰਿयाणा ਸਰਕਾਰ ਤੇ ਨਿਸ਼ਾਨੇ ਸਾਧੇ ਨੇ ਕਿਹਾ ਹੈ ਕਿ ਐਡਹੌਕ ਕਮੇਟੀ ਹਰਿयाणा ਸਰਕਾਰ ਚੁਣੇਗੀ, ਸਰਕਾਰ ਦਾ ਕਮੇਟੀ ਤੇ ਸਿੱਧਾ ਕੰਟਰੋਲ ਹੋਏਗਾ। ਨਾਲ ਹੀ ਇਹ ਵੀ ਕਿਹਾ ਕਿ ਦਾਦੂਵਾਲ ਝੀਂਡਾ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅਜੇ ਵੀ ਕੁਝ ਨਹੀਂ ਵਿਗੜਿਆ, ਅਕਾਲ ਤਖਤ ਸਾਹਿਬ ਦੀ ਸ਼ਰਨ ਚਾਓ। ਤੇ ਨਾਲ ਹੀ ਕਿਹਾ ਕਿ ਹਰਿयाणा ਸਰਕਾਰ ਆਪਣਾ ਨੋਟੀਫਿਕੇਸ਼ਨ ਤੁਰੰਤ ਵਾਪਸ ਲਵੇ। ਹਰਿयाणा एसजीएमसी एक्ट ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ। एसजीपीसी ਪ੍ਰਧਾਨ ਨੇ ਸਖਤ ਇਤਰਾਜ਼ ਜਤਾਇਆ ਹੈ। ਹਰਿयाणा ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਨੇ। एक सवरक उन्होंने रिक्वेस्ट की कि जो असीं कहंदे सी सरकारी दखलअंदाजी होनी वो शुरू हो गई। असीं तां सिद्धांतक तौर पर कहने भई हाले भी आ जाओ, क्योंकि अकाल तख्त सुप्रीम बॉडी आ। ये जिहड़ियां इत्थे दीयां अदालतां ये इत्थे तक सीमित, अकाल तख्त क्योंकि सिखां दा धुरा, ये कोई अदालत का हुक्म लागू नहीं होंदा। इहदा तां कहा भी आपां कल नूं फिर इन्हां गल्लां लई जदोजहद करांगे जिहड़े साडे बजुर्गां ने कीती सी। ते जे उदों साडे बजुर्गे मान लैंदे 1920 दे विच भी सरकार ने ਜਿਹੜੇ ਉਦੋਂ ਸਰਕਾਰ ਗੋਰਿਆਂ ਦੀ ਸੀ ਉਹਨੇ ਨੋਮੀਨੇਟ ਕੀਤੀ ਸੀ, ਮੰਨੀ ਨਹੀਂ ਸਾਡੇ ਬਜ਼ੁਰਗਾਂ ਨੇ। ਇਸੇ ਸਰਬੱਤ ਖਾਲਸਾ ਸਾਦਕੇ ਦਾ ਆਪਣੀ ਕਮੇਟੀ ਬਣਾਈ ਸੀ, ਸਰਕਾਰ ਨੇ ਮੰਨਿਆ ਵੀ ਇਹ ਆਰਡੀਨੈਂਸ ਦੇ ਖਿਲਾਫ ਆਪਾਂ ਜਾਵਾਂਗੇ। ਇਹ ਤਾਂ ਅਸੀਂ ਤਾਂ ਰੱਦ ਹੀ ਕਰਦੇ ਹਾਂ ਮੁੰਡੇ ਨੂੰ ਸਖਤ, ਮੈਂ ਇਹਦੀ ਨਿੰਦਾ ਵੀ ਕਰਦਾ। एसजीपीसी प्रधान ने इस ऑर्डिनेंस की निंदा की है। हरियाणा एसजीएमसी एक्ट ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ। ਸਾਡੇ ਨਾਲ ਇਸ ਵੇਲੇ ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਜੁੜੇ ਨੇ। ਗਰੇਵਾਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕਿਵੇਂ ਦੇਖਦੇ ਹੋ ਹਰਿयाणा एसजीएमसी एक्ट ਨੂੰ ਲੈ ਕੇ ਜੋ ਆਰਡੀਨੈਂਸ ਜਾਰੀ ਕੀਤਾ ਗਿਆ ਹੈ ਉਸ ਨੂੰ ਲੈ ਕੇ एसजीपीसी ਪ੍ਰਧਾਨ ਨੇ ਕਰੜਾ ਇਤਰਾਜ਼ ਜਤਾਇਆ ਹੈ ਤੇ ਕਿਹਾ ਹੈ ਕਿ ਸਿੱਧਾ ਹੁਣ ਦਖਲ ਹਰਿयाणा ਸਰਕਾਰ ਦਾ ਹੋਣ ਜਾ ਰਿਹਾ ਹੈ। ਅਸੀਂ ਪਹਿਲਾਂ ਹੀ ਇਹ ਖਦਸ਼ਾ ਜਤਾ ਰਹੇ ਸੀ ਤੇ ਹੁਣ ਉਹੀ ਹੋ ਰਿਹਾ ਹੈ। एक गल है कि हरियाणा के जोड़े सिख लीडर ने और सिख जगत जो है वो सारे के सारे हरियाणा के लोग ये चाहते हैं कि साडा अलग तो गुरुद्वारा साहिब का प्रबंध इतों के हरियाणा के लोगों के हथों च ग्रुप भी यही चाहता ते दादूवाल जी का भी यही मनना है। तो उन्होंने सारे सरकार को मिले ने, सारे ने सरकार को रिक्वेस्ट की कि साडे ते जबरदस्ती एक तरह का जी एसजीपीसी श्रोमणी अकाली दल जबरदस्ती कर रहे हैं। असी इन्हां दे नाल सहमत नहीं है। ये प्रबंध हरियाणा के सिखां नूं दिता जाए तो उस तो बाद जे 1.5 साल लई जां 18 महीनों लई किन्ने देर लई हैगा ये, तो उस तो बाद तो चोणां होणीआं ने ते जनता के चुने हुए नुमाइंदे आउणे ने, और ये भी जनता के नुमाइंदे ने उत्थे जिहड़े पहलां सिख लीडर ने। ਤੇ मैं समझदा इस तरह का होरला करना, हरियाणा की सिखां की आवाज़ को दबाना वो भी गलत है। जिस तरह श्रोमणी कमेटी के प्रधान लगे हुए हैं या बाकी लोग लगे हुए हैं, लेकिन वो ये भी कह रहे हैं कि एडहॉक कमेटी हरियाणा सरकार क्यों चुनेगी। इतराज इस ते भी सब तो ज्यादा है कि हुण सीधी दखलअंदाजी इस दे नाल होएगी। नहीं, एडहॉक कमेटी तो कुछ अरसे लिए चुनी जा रही जिन्नी देर इलैक्शन नहीं होंगी। इलैक्शन होंगे क्योंकि सरकार अपने हथों च कुछ नहीं लेना चाहती। सिखां दे हथां 'च रह जिहड़े सिख लीडर ने उन्होंने एडहॉक कमेटी पाया जा रहा 40 ਦੇ करीब, ਤੇ ਉਹ ਉਹਨਾਂ ਦਾ ਜਿਹੜਾ ਪ੍ਰਧਾਨ ਬਣੇਗਾ ਉਹਨਾਂ ਚੋਂ ਹੀ ਉਹ ਆਪਣਾ ਚੁਣ ਲੈਣਗੇ ਤੇ ਉਨੀ ਦੇਰ 'ਚ ਉਹ ਚੋਣਾਂ ਦਾ ਇੰਤਜ਼ਾਮ ਹੋ ਜਾਏਗਾ। ਕਿਉਂਕਿ ਚੋਣਾਂ ਦੇ ਲਈ ਤਾਂ ਇਲੈਕਟਰਲ ਪ੍ਰੋਸੈਸ ਜਿਹੜਾ ਹੈਗਾ ਉਹਦਾ ਟਾਈਮ ਲੱਗਦਾ ਨਾ ਤਿਆਰ ਕਰਨ 'ਚ, ਜਿੰਨਾ ਸਮਾਂ ਲੱਗੇਗਾ ਉਹਦੇ ਚੋਣਾਂ ਹੀ ਹੋਣੀਆਂ ਨੇ, ਚੁਣੇ ਹੋਏ ਨੁਮਾਇੰਦੇ ਹੀ ਉੱਥੇ ਬੈਠਣੇ ਨੇ। ਇਹਨਾਂ ਨੂੰ ਇੰਨੀ ਕੀ ਤਰਲੋ ਮੱਛੀ ਹੋਏ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਹਰਿਆਣਾ ਦੇ ਗੁਰਦੁਆਰਿਆਂ ਦਾ ਪੈਸਾ ਹਰਿਆਣਾ 'ਚ ਹੀ ਖਰਚ ਹੋਵੇ ਤੇ ਹਰਿਆਣਾ ਦੀ ਜਿਹੜਾ ਸਿੱਖਾਂ ਦੇ ਉੱਪਰ ਹੋਵੇ, ਪ੍ਰਚਾਰ ਪ੍ਰਸਾਰ ਤੇ ਹੋਵੇ, ਧਰਮ ਧਾਰਮਿਕ ਤੇ ਐਜੂਕੇਸ਼ਨ ਤੇ ਹੋਵੇ, ਹੈਲਥ ਤੇ ਹੋਵੇ, ਤੇ ਉਹੀ ਉਹ ਠੀਕ ਆ ਜਾਂ ਇਹ ਉਹਦੀ ਵੀ ਕਿਤੇ ਹੋਰ ਖਰਚ ਕਰਨਾ ਚਾਹੁੰਦੇ ਆ ਤਾਂ ਇਹ ਆਪਣੀ ਮਨਸ਼ਾ ਦੱਸਣ ਕੀ ਹੈ ਇਹਨਾਂ ਦੀ। ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਵੀ ਜੁੜੇ ਨੇ, एसजीपीसी ਮੈਂਬਰ। ਤੁਸੀਂ ਜੁੜੇ ਰਹਿਣਾ ਗਰੇਵਾਲ ਜੀ। ਗੁਰਚਰਨ ਸਿੰਘ ਗਰੇਵਾਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕਿਵੇਂ ਦੇਖਦੇ ਹੋ ਤੁਸੀਂ एसजीपीसी ਪ੍ਰਧਾਨ ਨੇ ਇਸ ਤੇ ਇਤਰਾਜ਼ ਵੀ ਜਤਾਇਆ ਹੈ, ਲੇਕਿਨ ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦੀ ਹੀ ਐਡਹੌਕ ਕਮੇਟੀ ਚੁਣੀ ਜਾਣੀ ਹੈ, ਇਲੈਕਸ਼ਨਸ ਤੱਕ ਉਹ ਕਮੇਟੀ ਚੁਣੀ ਜਾਣੀ ਹੈ, ਉਸ ਤੋਂ ਬਾਅਦ ਤਾਂ ਚੋਣਾਂ ਹੋਣਗੀਆਂ ਤੇ ਇਸ ਦੇ ਵਿੱਚ ਕੋਈ ਹਰਿਆਣਾ ਸਰਕਾਰ ਦੀ ਦਖਲ ਅੰਦਾਜ਼ੀ ਨਹੀਂ ਹੈ। ਦੇਖੋ ਜੀ, ਇੱਥੇ ਨਾ ਗਰੇਵਾਲ ਸਾਹਿਬ ਸਿੱਖ ਆਗੂ ਨੇ, ਬਹੁਤ ਵਾਰ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਬੜੀ ਚੰਗੀ ਵਿਚਾਰ ਦਿੱਤੇ ਰਹਿੰਦੇ ਆ।
ਪਰ ਅੱਜ ਇਹਨਾਂ ਵਾਸਤੇ ਮਜਬੂਰੀ ਬਣੀ ਆ। ਮੈਂ ਇਹਨਾਂ ਦਾ ਗਿਲਾ ਨਹੀਂ ਕਰੂੰਗਾ। ਤੁਸੀਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਗਿਲਾ ਕੀਤਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨੇ ਨਹੀਂ ਕੀਤਾ ਜੀ। ਇਹ ਸਾਰੇ ਸਮੁੱਚੇ ਸਿੱਖ ਜਗਤ ਇਸ ਗੱਲ ਲਈ ਆਪਣੇ ਆਪ ਦੇ ਵਿੱਚ ਬਹੁਤ ਮਾਯੂਸ ਹੈ। ਉਹਦਾ ਕਾਰਨ ਕੀ ਹੈ ਕਿ ਜਿਹੜੀ ਗੱਲ ਦਾ ਅਸੀਂ ਰੌਲਾ ਪਾਉਂਦੇ ਸੀ, ਮੈਂ ਖੁੱਲ ਕੇ ਗੱਲ ਕਰਦਾ, ਮੈਂ ਤੁਹਾਡੇ ਟੀਵੀ ਤੇ ਆਨਲਾਈਨ ਗੱਲ ਕਰਦਾ, ਤੁਸੀਂ ਕਿਸੇ ਅਕਾਲੀ ਦਲ ਦੇ ਪਰਿਵਾਰ ਨੂੰ ਮਾੜਾ ਕਹਿ ਦਿਓ, ਤੁਸੀਂ ਅਕਾਲੀ ਦਲ ਨੂੰ ਮਾੜਾ ਕਹਿ ਦਿਓ, ਤੁਸੀਂ ਅਕਾਲੀ ਦਲ ਦੀਆਂ ਗਲਤੀਆਂ ਨੂੰ ਖੁੱਲ ਕੇ ਕਰੋ, ਉਹਦਾ ਵਿਰੋਧ ਕਰੋ। ਪਰ ਅੱਜ ਲੋੜ ਹੈ ਸਾਨੂੰ ਸਿੱਖਾਂ ਦੀ ਸ਼ਕਤੀ ਨੂੰ ਕਾਇਮ ਰੱਖਣ ਦੀ। ਜੀ ਸਾਡਾ ਰੌਲਾ ਕੀ ਸੀ? ਅਸੀਂ ਇਹ ਕਹਿੰਦੇ ਸੀ ਕਿ ਸਰਕਾਰ ਇਹ ਤੇ ਕਾਬਜ਼ ਹੋਣ ਜਾ ਰਹੀ ਹੈ, ਤੇ ਅੱਜ ਕੀ ਹੋ ਗਿਆ? ਅਸੀਂ ਦਾਦੂਵਾਲ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਸੀ ਕਿ ਤੁਸੀਂ ਸਿੱਖ ਪ੍ਰਚਾਰਕ ਹੋ, ਢੀਂਡਾ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਸੀ ਕਿ ਤੁਸੀਂ ਸਿੱਖ ਹੋ, ਸਿੱਖਾਂ ਦੇ ਨੁਮਾਇੰਦੇ ਹੋ। ਤੇ ਅੱਜ ਫੈਸਲਾ ਕੀ ਹੋਇਆ? ਅੱਜ ਕੀ ਜਵਾਬ ਦੇ ਰਹੇ ਨੇ? ਦਾਦੂਵਾਲ ਸਾਹਿਬ ਕਹਿ ਰਹੇ ਨੇ ਕਿ ਸਰਕਾਰ ਨੂੰ ਜਿਹੜੇ ਉਹਨਾਂ ਦੇ ਕਹਿੰਦੇ ਹੁੰਦੇ ਆ ਹੈਗੇ ਨਾ ਜੀ ਦੱਸਣ ਵਾਲੇ, ਉਹਨਾਂ ਦੀ ਰਾਇ ਕਰਨ ਵਾਲੇ, ਉਹਨਾਂ ਦੇ ਜਿਹੜੇ ਸ਼ੁਭ ਚਿੰਤਕ ਆ, ਉਹ ਉਹਨਾਂ ਨੂੰ ਗਲਤ ਗਾਈਡ ਕਰ ਰਹੇ ਨੇ। ਤੇ ਅਸੀਂ ਕੀ ਕਹਿ ਰਹੇ ਸੀ? ਅਸੀਂ ਇਹੋ ਹੀ ਕਹਿ ਰਹੇ ਸੀਗੇ ਵੀ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਤੋੜਨ ਤੇ ਤੁਸੀਂ ਲੱਡੂ ਵੰਡ ਰਹੇ ਹੋ, ਤੁਸੀਂ ਜਸ਼ਨ ਮਨਾ ਰਹੇ ਹੋ, ਇਸ ਗੱਲ ਦੇ ਵਿੱਚ ਹਰਿਆਣੇ ਦੇ ਸਿੱਖਾਂ ਨੂੰ ਇਹ ਗੱਲ ਗੁੰਮਰਾਹ ਕੀਤਾ ਗਿਆ ਕਿ ਤੁਹਾਡੇ ਹੱਕ ਜਿਹੜੇ ਸੀਗੇ ਉਹ ਪਹਿਲਾਂ ਖੋਏ ਹੋਏ ਸੀ, ਅਸੀਂ ਤੁਹਾਨੂੰ ਦਵਾਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ 11 ਮੈਂਬਰ ਚੁਣੇ ਹੋਏ ਸੀ, ਲੋਕਾਂ ਨੇ ਚੁਣੇ ਸੀ ਤੇ ਇੱਥੋਂ ਹਰਿਆਣਾ ਦੀ ਸੰਗਤ ਨੇ ਚੁਣੇ ਸੀ। ਉਸ ਚੋਣ ਨੂੰ ਖਤਮ ਕਰਕੇ ਸਰਕਾਰ ਨੇ ਨਾਮਜ਼ਦ ਕਰਤੇ। ਪਹਿਲਾਂ ਨਾਮਜ਼ਦ ਕੀਤੇ ਕਾਂਗਰਸ ਨੇ, ਠੀਕ ਹੈ ਜੀ, ਹੁੱਡਾ ਸਾਹਿਬ ਨੇ। ਹੁਣ ਹੁੱਡਾ ਸਾਹਿਬ ਦੇ ਬੰਦੇ ਜਿਹੜੇ ਆ ਉਹ ਉਹਨਾਂ ਦਾ ਪ੍ਰਧਾਨ ਬਣਾਉਣਾ ਚਾਹੁੰਦੇ ਸੀ, ਤੇ ਹੁਣ ਜਿਹੜੇ ਆਪਣੇ ਖੱਟਰ ਸਾਹਿਬ ਆ ਉਹਨਾਂ ਦਾ ਪ੍ਰਧਾਨ ਬਣ ਨਹੀਂ ਸੀ ਰਿਹਾ। ਹੁਣ ਦੇਖੋ, ਅਸੀਂ ਉਹੀ ਕਹਿ ਰਹੇ ਸੀ ਕਿ ਸਰਕਾਰ ਸਿੱਧਾ ਦਖਲ ਦੇ ਰਹੀ ਆ, ਜਦੋਂ ਕਿ ਇੱਕ ਲੋਕਤੰਤਰ ਰਾਹੀਂ ਚੁਣੇ ਹੋਏ ਲੋਕ ਜਿਹੜੇ ਆ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ। ਠੀਕ ਹੈ, ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੁਬਾਰਾ ਹੁੰਦੀਆਂ ਤੁਸੀਂ ਉਦੋਂ ਕਰਦੇ ਜਾਂ ਜੋ ਮਰਜ਼ੀ ਕਰਦੇ। ਅੱਜ ਇਹ ਗੱਲ ਦਾ ਗੁੱਸਾ ਕੋਈ ਵੀ ਨਾ ਕਰੇ। ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਵਾਲੇ ਆ, ਅਸੀਂ ਇਹਨਾਂ ਨੂੰ ਕਹਿੰਦੇ ਆ ਤੁਹਾਡਾ ਸਿੱਧਾ ਦਖਲ ਹੈ, ਤੁਸੀਂ ਹੁਣ ਥੋਪ ਰਹੇ ਹੋ, ਤੁਸੀਂ ਸਿੱਖ ਨਹੀਂ ਥੋਪ ਰਹੇ। ਲੇਕਿਨ ਹਰਜੀਤ ਸਿੰਘ ਗਰੇਵਾਲ ਕਹਿ ਰਹੇ ਨੇ ਕਿ ਜੇ ਐਡਹੌਕ ਕਮੇਟੀ ਚੁਣੀ ਜਾਣੀ ਹੈ, ਚੋਣਾਂ ਤੱਕ ਦੇ ਲਈ ਚੁਣੀ ਜਾਣੀ ਹੈ, ਤਾਂ ਫਿਰ ਕੰਟਰੋਲ ਹਰਿਆਣਾ ਸਰਕਾਰ ਦੇ ਹੱਥ 'ਚ ਕਿਵੇਂ ਹੋਏਗਾ? ਪਹਿਲਾਂ ਚੁਣੀ ਹੋਈ ਸੀ, ਉਹ ਕਿਹਨੇ ਚੁਣੀ ਸੀ? ਉਹ ਵੀ ਸਰਕਾਰ ਨੇ ਚੁਣੀ ਸੀ, ਉਹ ਪ੍ਰਵਾਨ ਕਿਉਂ ਨਹੀਂ? ਹੁਣ ਬਦਲਿਆ ਕਿਉਂ ਜਾ ਰਿਹਾ? ਕਿਉਂਕਿ ਰੌਲਾ ਪੈ ਗਿਆ। ਉੱਥੇ ਪ੍ਰਧਾਨ ਜਿਹੜਾ ਵਾ ਨਹੀਂ ਬਣਦਾ ਖੱਟਰ ਸਾਹਿਬ ਦਾ, ਵੋਟਾਂ ਆ ਰਹੀਆਂ ਨੇ। ਅਸੀਂ ਪਹਿਲਾਂ ਵੀ ਇਹ ਬੇਨਤੀ ਕਰਦੇ ਸੀ ਕਿ ਸਿੱਖਾਂ ਦੇ ਗੁਰਦੁਆਰਾ ਦੇ ਪ੍ਰਬੰਧ ਨੂੰ ਲੈ ਕੇ ਵੋਟਾਂ ਨਾਲ ਨਾਪ ਤੋਲ ਨਾ ਕਰੋ। ਇਹ ਗੱਲ ਮਾੜੀ ਆ, ਇਹ ਬੜੀ ਖਤਰਨਾਕ ਹੈ। ਤੁਸੀਂ ਮੈਨੂੰ ਦੱਸੋ ਕਿ ਗਰੇਵਾਲ ਸਾਹਿਬ ਸਿਆਣੇ ਨੇ, ਸਿੱਖ ਸਿਧਾਂਤਾਂ ਨੂੰ ਸਮਝਦੇ ਨੇ, ਉੱਥੇ ਪੈਟਰਨ ਲਾਇਆ ਜਾ ਰਿਹਾ। ਦਾਦੂਵਾਲ ਸਾਹਿਬ ਨੇ ਓਪਨਲੀ ਤੁਹਾਡੀ ਚੈਨਲ ਤੇ ਡਿਬੇਟ 'ਚ ਉਹਨਾਂ ਨੇ ਕਹਿਤਾ ਕਿ ਪੈਟਰਨ ਮਤਲਬ ਸਰਪ੍ਰਸਤ, ਕਿਸੇ ਵੀ ਗੁਰਦੁਆਰਾ ਦੇ ਪ੍ਰਬੰਧਾਂ ਦਾ ਸਰਪ੍ਰਸਤ ਕੋਈ ਬੰਦਾ ਨਹੀਂ ਹੋ ਸਕਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਪ੍ਰਸਤ ਨੇ ਸਾਡੇ। ਤੇ ਇਹ ਕੀ ਗੱਲ ਹੁਣ ਇਹਨਾਂ ਦੇ ਜਿਹੜੇ ਸਲਾਹਕਾਰ ਆ, ਉਹ ਹੁਣ ਇੱਥੇ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀ ਕਹਿੰਦੇ ਆ ਉਹਨਾਂ ਦੀ ਜਿਹੜੀ ਸਨਮਾਨ ਨੂੰ ਲਾਂਭੇ ਕਰਕੇ ਇੱਕ ਬੰਦੇ ਨੂੰ ਸਰਪ੍ਰਸਤ ਲਾਉਣਗੇ ਜੀ। ਇਹ ਗੱਲਾਂ ਗਰੇਵਾਲ ਜੀ ਸਾਡੇ ਨਾਲ ਬਲਜੀਤ ਸਿੰਘ ਦਾਦੂਵਾਲ ਜੀ ਵੀ ਜੁੜ ਗਏ ਨੇ। ਦਾਦੂਵਾਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਸੀਂ ਕਿਵੇਂ ਦੇਖਦੇ ਹੋ ਇਸ ਸਭ ਨੂੰ? ਹਰਿਆਣਾ SGMC ਐਕਟ ਨੂੰ ਲੈ ਕੇ ਜਿਹੜਾ ਆਰਡੀਨੈਂਸ ਜਾਰੀ ਹੋਇਆ, ਐਡਹੌਕ ਕਮੇਟੀ ਹਰਿਆਣਾ ਸਰਕਾਰ ਚੁਣੇਗੀ, ਹਰਿਆਣਾ ਸਰਕਾਰ ਦਾ ਸਿੱਧਾ ਕੰਟਰੋਲ ਹੈ, SGPC ਦੇ ਵੱਲੋਂ ਕਿਹਾ ਜਾ ਰਿਹਾ। ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਵੀ ਜੁੜੇ ਹੋਏ ਨੇ। ਉਹ ਕਹਿ ਰਹੇ ਨੇ ਕਿ BJP ਸਿੱਧਾ ਦਖਲ ਦੇ ਰਹੀ ਹੈ, ਆਪਣਾ ਪ੍ਰਧਾਨ ਲਾਉਣਾ ਚਾਹੁੰਦੀ ਹੈ। ਤੇ ਦੂਸਰੇ ਪਾਸੇ SGPC ਪ੍ਰਧਾਨ ਨੇ ਅਪੀਲ ਵੀ ਕੀਤੀ ਹੈ ਕਿ ਅਜੇ ਵੀ ਕੁਝ ਨਹੀਂ ਵਿਗੜਿਆ, ਅਕਾਲ ਤਖਤ ਦੀ ਸ਼ਰਨ 'ਚ ਆ ਜਾਓ। ਤੁਹਾਨੂੰ ਵੀ ਅਪੀਲ ਕੀਤੀ ਹੈ, ਢੀਂਡਾ ਸਾਹਿਬ ਨੂੰ ਵੀ ਅਪੀਲ ਕੀਤੀ ਹੈ। ਤੁਸੀਂ ਇਸ ਸਭ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਿੱਖ ਹਾਂ। ਪ੍ਰਬੰਧਾਂ ਨੂੰ ਜੇ ਹਰਿਆਣੇ ਦੇ ਸਿੱਖ ਕਰ ਲੈਣ, ਚਾਹੇ ਰਾਜਸਥਾਨ ਦੇ ਕਰ ਲੈਣ, ਚਾਹੇ ਪੰਜਾਬ ਦੇ ਕਰ ਲੈਣ, ਆਪੋ ਆਪਣੀ ਸਟੇਟ ਦਾ ਪ੍ਰਬੰਧ, ਇਹਦੇ ਨਾਲ ਕੋਈ ਇਹ ਨਹੀਂ ਹੈ ਕਿ ਕੋਈ ਅਕਾਲ ਤਖਤ ਦੀ ਸ਼ਰਨ ਤੋਂ ਪਰੇ ਚਲੇ ਗਿਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਤੋਂ ਪਰੇ ਚਲੇ ਗਿਆ ਜੀ। ਹਰਿਆਣਾ ਸਰਕਾਰ ਨੇ ਪ੍ਰਬੰਧ ਹਰਿਆਣੇ ਦੇ ਸਿੱਖਾਂ ਨੂੰ ਹੀ ਦਿੱਤਾ, ਜਾਂ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਾਨੂੰਨੀ ਮਾਨਤਾ ਹਰਿਆਣਾ ਕਮੇਟੀ ਨੂੰ ਦੇ ਕੇ ਹਰਿਆਣੇ ਦੇ ਸਿੱਖਾਂ ਨੂੰ ਹੀ ਪ੍ਰਬੰਧ ਦਿੱਤਾ, ਨਾ ਕਿ ਗੈਰ ਸਿੱਖਾਂ ਨੂੰ ਦਿੱਤਾ। ਜਿੱਥੋਂ ਤੱਕ ਐਡਹੌਕ ਕਮੇਟੀ ਦੀ ਗੱਲ ਕਿਹਾ ਜਾ ਰਿਹਾ ਹੈ ਕਿ BJP ਆਪਣਾ ਪ੍ਰਬੰਧ ਕਰਨਾ ਚਾਹੁੰਦੀ ਐਡਹੌਕ ਕਮੇਟੀ ਲਾ ਕੇ, ਇਹ ਤਾਂ ਕਾਂਗਰਸ ਨੇ ਕਮੇਟੀ ਬਣਾਈ ਸੀ ਜਦੋਂ ਕਾਂਗਰਸ ਸਰਕਾਰ ਸੀ। ਤੇ ਐਡਹੌਕ ਕਮੇਟੀ ਤਾਂ ਉਦੋਂ ਵੀ 18 ਮਹੀਨਿਆਂ ਵਾਸਤੇ ਬਣਾਈ ਗਈ ਸੀ। 18 ਮਹੀਨਿਆਂ ਬਾਅਦ ਉਹਨਾਂ ਨੇ ਇਲੈਕਸ਼ਨ ਕਰਵਾ ਕੇ ਤੇ ਜਿਹੜੇ ਚੁਣੇ ਸੰਗਤਾਂ ਦੇ ਮੈਂਬਰ ਆਣੇ ਸੀ ਉਹਨਾਂ ਨੂੰ ਪ੍ਰਬੰਧ ਟੇਕ ਓਵਰ ਕਰ ਦੇਣਾ ਸੀਗਾ। ਪਰ ਉਹ ਮਾਮਲਾ ਸੁਪਰੀਮ ਕੋਰਟ 'ਚ ਚਲੇ ਗਿਆ, ਇਸ ਕਰਕੇ ਉਹ 18 ਮਹੀਨਿਆਂ ਵਾਲੀ ਕਮੇਟੀ 8 ਸਾਲ ਚੱਲਦੀ ਰਹੀ। ਹੁਣ ਫੈਸਲਾ ਆ ਗਿਆ ਸੁਪਰੀਮ ਕੋਰਟ ਦਾ, ਤਾਂ ਹੁਣ ਇਹ ਜਿਹੜੀ ਹੈਗਾ ਵਾ
ਨਵੀਂ ਐਡਹੌਕ ਜਿਹੜੀ ਆ ਉਹ ਹਰਿਆਣਾ ਸਰਕਾਰ ਵੱਲੋਂ ਚੁਣੀ ਜਾਣੀ ਆ। ਹਰਿਆਣੇ ਦੇ ਸਿੱਖ ਹੀ ਚੁਣੇ ਜਾਣੇ ਆ, ਨਾ ਕਿ ਕੋਈ ਗੈਰ ਸਿੱਖ ਚੁਣੇ ਜਾਣੇ ਆ। ਜਿੱਥੋਂ ਤੱਕ ਪੈਟਰਨ ਵਾਲੀ ਗੱਲ ਆ, ਉਹ ਸਲਾਹ ਕਿਹਨੇ ਦਿੱਤੀ ਹੈ ਸਰਕਾਰ ਨੂੰ, ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ, ਪਰ ਅਸੀਂ ਸਨਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਕੇ ਉਹਦੇ ਬਾਰੇ ਜ਼ਰੂਰ ਡਿਸਕਸ ਕਰਾਂਗੇ। ਔਰ ਮੈਂ ਆਪ ਖੁਦ ਕਹਿ ਚੁੱਕਿਆ, ਤੁਹਾਡੇ ਟੀਵੀ ਚੈਨਲ ਤੇ ਰਾਤ ਵੀ ਕਹਿ ਚੁੱਕਿਆ ਕਿ ਪੈਟਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੁੰਦੇ ਆ। ਕਮੇਟੀ ਦੇ ਦਿੱਲੀ ਕਮੇਟੀ ਆ, SGPC ਹੈ ਤੇ ਹਰਿਆਣਾ ਕਮੇਟੀ ਹੈ। ਗੁਰੂ ਘਰਾਂ ਦੇ ਪ੍ਰਬੰਧ ਦੇ ਜਿਹੜੇ ਆ ਪ੍ਰਬੰਧਕ ਕਮੇਟੀ ਦੇ ਉੱਪਰ ਪੈਟਰਨ ਜਿਹੜੇ ਆ ਉਹ ਗੁਰੂ ਗ੍ਰੰਥ ਸਾਹਿਬ ਕੋਈ ਵਿਅਕਤੀ ਨਹੀਂ ਹੋ ਸਕਦਾ। ਮੈਨੂੰ ਗੁਰਮਰਿਆਦਾ ਪਹਿਲਾਂ ਆ, ਮੈਂ ਗੁਰੂ ਦਾ ਸਿੱਖੀ ਦਾ ਪ੍ਰਚਾਰਕ ਹਾਂ, ਸਿਧਾਂਤਾਂ ਦਾ ਪ੍ਰਚਾਰਕ ਪਿਛਲੇ 27 ਸਾਲਾਂ ਤੋਂ। ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈ ਇਹ ਕਿਸ ਤਰ੍ਹਾਂ ਲਾਏ ਗਏ, ਇਹ ਤਾਂ ਵਧੀਆ। ਪਰ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ ਕਿ ਜੇ ਮੈਨੂੰ ਕਿਹਾ ਜਾਵੇ ਕਿ ਤੁਸੀਂ ਪੈਟਰਨ ਲੈ ਲਓ, ਮੈਂ ਸਾਰੀਆਂ ਚੀਜ਼ਾਂ ਛੱਡ ਸਕਦਾ, ਪਰ ਗੁਰੂ ਦਾ ਸਿਧਾਂਤ ਨਹੀਂ ਛੱਡ ਸਕਦਾ। ਮੈਂ ਕਿਸੇ ਵੀ ਕੀਮਤ ਤੇ ਪੈਟਰਨ ਨਹੀਂ ਬਣਾਂਗਾ। ਬਹੁਤ ਸਾਰੇ ਕਹਿ ਰਹੇ ਨੇ ਕਿ ਦਾਦੂਵਾਲ ਨੂੰ ਪੈਟਰਨ ਲਾਉਣ ਵਾਸਤੇ ਹਰਿਆਣਾ ਸਰਕਾਰ ਨੇ ਪੈਟਰਨ ਦਾ ਜਿਹੜਾ ਅਮੈਂਡਮੈਂਟ ਕੀਤੀ ਹੈ। ਸੋ ਇਸ ਕਾਰਨ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਬਾਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ। ਜੇ 2 ਸਾਲਾਂ ਤੋਂ ਪ੍ਰਬੰਧ ਕਰ ਰਹੇ ਹਾਂ, ਪਿਛਲੇ 2 ਸਾਲ ਭਾਵੇਂ ਪ੍ਰਬੰਧ ਛੋਟਾ ਹੀ ਸੀ ਕੁਝ ਗੁਰਦੁਆਰਿਆਂ ਦਾ, ਪਰ ਕਦੇ ਵੀ ਹਰਿਆਣਾ ਸਰਕਾਰ ਨੇ ਸਾਡੇ ਪ੍ਰਬੰਧ ਵਿੱਚ ਦਖਲ ਨਹੀਂ ਦਿੱਤਾ। ਜੋ ਅਸੀਂ ਕਦ ਨੇ ਉਸ ਤੇ ਦਖਲ ਜੋ ਲੇਕਿਨ ਹੁਣ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਮਾਨਤਾ ਬਰਕਰਾਰ ਰੱਖੀ ਗਈ ਹੈ ਤਾਂ ਉਸ ਤੋਂ ਬਾਅਦ ਕੀ ਉਹ ਦਖਲ ਹੋ ਸਕਦਾ ਹੈ? ਇਸ ਨੂੰ ਲੈ ਕੇ ਜ਼ਰੂਰ ਇਤਰਾਜ਼ ਜਤਾਇਆ ਜਾ ਰਿਹਾ ਹੈ। ਜੋ ਕਹਿ ਰਹੇ ਨੇ ਕਿ ਜੋ ਆਰਡੀਨੈਂਸ ਆਇਆ ਹੈ ਉਸ ਦੇ ਨਾਲ ਹੁਣ ਸਿੱਧੀ ਦਖਲ ਅੰਦਾਜ਼ੀ ਹੋ ਗਈ ਹੈ। ਹੁਣ ਜੇ ਮਾਨਤਾ ਬਰਕਰਾਰ ਰੱਖੀ ਗਈ ਹੈ ਤਾਂ ਬੀਜੇਪੀ ਚਾਹੁੰਦੀ ਹੈ ਕਿ ਉਹਨਾਂ ਦਾ ਪ੍ਰਧਾਨ ਲੱਗੇ। ਨਹੀਂ ਦੇਖੋ, ਜੇ ਤਾਂ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ, ਮੈਂਬਰ ਕੌਣ ਹੋਣਗੇ ਕੌਣ ਨਹੀਂ, ਪੁਰਾਣੇ ਹੋਣਗੇ ਨਵੇਂ ਹੋਣਗੇ, ਇਹਦੇ ਤੇ ਤਾਂ ਅਜੇ ਕੋਈ ਡਿਸਕਸ ਹੀ ਨਹੀਂ ਹੋਈ। ਇੱਕ ਅੱਧੇ ਦਿਨ ਤੇ ਜਦੋਂ ਡਿਸਕਸ ਹੋਏਗੀ ਉਦੋਂ ਪਤਾ ਲੱਗੇਗਾ ਵੀ ਕੌਣ ਪੁਰਾਣੇ ਮੈਂਬਰਾਂ ਚੋਂ ਕਿੰਨੇ, ਜਾਂ ਪੁਰਾਣੇ ਸਾਰੇ ਰੱਖਣੇ ਆ, ਨਵੇਂ ਰੱਖਣੇ ਆ, ਜਾਂ ਕੌਣ ਪ੍ਰਧਾਨ। ਪ੍ਰਧਾਨ ਸਰਕਾਰ ਨੇ ਤਾਂ 41 ਮੈਂਬਰ ਲਾਣੇ ਆ, ਪ੍ਰਧਾਨ ਤਾਂ 41 ਮੈਂਬਰਾਂ ਨੇ ਚੁਣਨਾ ਆਪਣਾ, ਜਿਵੇਂ ਪਹਿਲਾਂ ਚੁਣਿਆ ਗਿਆ ਸੀਗਾ। ਪਹਿਲਾਂ ਵੀ ਜਦੋਂ 2014 ਚ ਐਡਹੌਕ ਕਮੇਟੀ ਬਣੀ ਸੀ ਤਾਂ ਸਰਕਾਰ ਨੇ 41 ਮੈਂਬਰ ਜਿਹੜੇ ਨੋਮੀਨੇਟ ਕੀਤੇ ਸੀ, ਉਹਨਾਂ 41 ਮੈਂਬਰਾਂ ਨੇ ਇਕੱਠੇ ਹੋ ਕੇ ਆਪਣੇ ਪ੍ਰਧਾਨ, ਜਨਰਲ ਸੈਕਟਰੀ ਜਾਂ ਹੋਰ ਅਹੁਦੇਦਾਰ ਚੁਣੇ ਸੀਗੇ। ਹੁਣ ਵੀ ਸਾਨੂੰ ਜਿੱਥੋਂ ਤੱਕ ਪੂਰੀ ਆਸ ਆ ਕਿ ਹਰਿਆਣਾ ਸਰਕਾਰ ਨੇ ਤਾਂ 41 ਮੈਂਬਰ ਹੀ ਚੁਣਨੇ ਆ। ਇਹ 41 ਮੈਂਬਰਾਂ ਨੇ ਹੀ ਆਪਣੇ ਪ੍ਰਧਾਨ, ਮੀਤ ਪ੍ਰਧਾਨ ਜਿਹੜੇ ਆ ਸਾਰੇ ਅਹੁਦੇਦਾਰ ਚੁਣਨੇ ਆ। ਬਾਕੀ ਜਿਹੜੀ ਪੈਟਰਨ ਵਾਲੀ ਗੱਲ ਆ ਉਹਦੇ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਜ਼ਰੂਰ ਡਿਸਕਸ ਕਰਾਂਗਾ ਵੀ ਇਹ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਨਵਾਂ ਜਿਹੜੀ ਇੱਕ ਨਵੀਂ ਪੋਸਟ ਆ, ਜਿਹੜੀ ਨਵਾਂ ਅਹੁਦਾ ਹੈ ਜਿਹੜਾ ਕ੍ਰੀਏਟ ਹੋਇਆ। ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਵੀ ਜੁੜੇ ਹੋਏ ਨੇ ਬੀਜੇਪੀ ਤੋਂ। ਗਰੇਵਾਲ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਇਸ ਤੋਂ ਪਹਿਲਾਂ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਅਸਲ ਦੇ ਵਿੱਚ ਸਿੱਧਾ ਦਖਲ ਹੁਣ ਦੇ ਰਹੀ ਹੈ। ਬੀਜੇਪੀ ਚਾਹੁੰਦੀ ਹੈ ਕਿ ਉਹਨਾਂ ਦਾ ਪ੍ਰਧਾਨ ਲੱਗੇ। ਦੇਖੋ, ਇਹ ਮਾਨਯੋਗ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਆ, ਜਾਂ ਤਾਂ ਸਾਨੂੰ ਇਹ ਕਹਿ ਦੇਣ ਸਰਕਾਰ ਨੂੰ ਕਿ ਤੁਸੀਂ ਮਾਨਯੋਗ ਅਦਾਲਤਾਂ ਦੇ ਆਦੇਸ਼ ਵੀ ਨਾ ਮੰਨੋ, ਤਾਂ ਇਹ ਵਿਵਸਥਾ ਕਿਸ ਤਰ੍ਹਾਂ ਚੱਲੇਗੀ? ਲੋਕਤਾਂਤਰਿਕ ਵਿਵਸਥਾ 'ਚ ਨਿਆਂਪਾਲਿਕਾ ਵੀ ਪਿਲਰ ਆ ਡੈਮੋਕ੍ਰੇਸੀ ਦਾ, ਇਹ ਕਦੀ ਚੱਲ ਗਈ। ਇਸੇ ਤਰ੍ਹਾਂ ਮੀਡੀਆ ਵੀ ਪਿਲਰ ਆ। ਤੇ ਮੈਂ ਇਹ ਸਮਝਦਾ ਕਿ ਇਹ ਸੁਪਰੀਮ ਕੋਰਟ ਦੇ ਵਿੱਚ ਜੋ ਫੈਸਲਾ ਆਇਆ ਉਸ ਦੇ ਮੁਤਾਬਕ ਹੀ ਸਭ ਹੋ ਰਿਹਾ। ਦਾਦੂਵਾਲ ਜੀ ਨੇ ਜਿਹੜੀ ਗੱਲ ਕਹੀ ਹੈ ਉਹਨਾਂ ਦੀ ਬੜੀ ਜਾਇਜ਼ ਗੱਲ ਆ। ਉਹ ਸਰਕਾਰ ਦੇ ਧਿਆਨ ਲਿਆ ਦੇਣਗੇ ਤਾਂ ਨਿਸ਼ਚਿਤ ਆ ਕਿ ਉਹਦੇ 'ਚ ਜਿਹੜਾ ਉਹ ਸ਼ਬਦ ਹੈਗਾ ਉਹਦੇ ਚੇਂਜ ਹੋ ਜਾਏਗੀ ਤੇ ਪ੍ਰਧਾਨ ਬਣਨਾ ਹੀ ਆ। ਪ੍ਰਧਾਨ ਜਿਹੜੇ ਸਿੱਖਾਂ ਚੋਂ ਚੁਣਿਆ ਜਾਣਾ, ਹਰਿਆਣਾ ਦੇ ਸਿੱਖਾਂ ਨੇ ਚੁਣਨਾ, ਹਰਿਆਣਾ ਦੇ ਸਿੱਖ ਹੀ ਬਣਨੇ ਆ। ਕੋਈ ਬਾਹਰੋਂ ਲਿਆ ਕੇ ਬੀਜੇਪੀ ਕਿਸੇ ਨੂੰ ਨਹੀਂ ਬਣਾ ਰਹੀ, ਠੀਕ ਹੈ ਨਾ ਗੱਲ। ਤੇ ਅਸੀਂ ਕਿਸੇ ਦੇ ਵੀ ਧਾਰਮਿਕ ਮਾਮਲਿਆਂ 'ਚ ਕੋਈ ਦਖਲ ਨਹੀਂ ਦਿੰਦੇ ਕਿਸੇ ਵੀ ਧਰਮ ਦੇ, ਤੇ ਨਾ ਅਸੀਂ ਚੋਣਾਂ ਲੜਨੀਆਂ ਨੇ, ਨਾ ਲੜਵਾਉਣੀਆਂ ਨੇ ਬੀਜੇਪੀ ਨੇ, ਨਾ ਹਰਿਆਣਾ 'ਚ ਲੜਵਾਉਣੀਆਂ ਨੇ, ਨਾ ਪੰਜਾਬ 'ਚ। ਅਸੀਂ ਇਹਨਾਂ ਚੱਕਰਾਂ 'ਚ ਨਹੀਂ ਪੈਂਦੇ ਹੈਗੇ। ਤੇ ਅੱਜ ਵੀ ਜੇ ਪੰਜਾਬ 'ਚ ਵੀ ਕੋਈ ਗੱਲ ਹੋ ਰਹੀ ਹੈ ਅਸੀਂ ਸਿੱਧਾ ਕਹਿ ਦਿੰਦੇ ਹਾਂ ਵੀ ਸਾਡਾ ਕੋਈ ਦਖਲ ਨਹੀਂ ਇਹਨਾਂ ਚੋਣਾਂ 'ਚ, ਤੇ ਅਸੀਂ ਬਿਲਕੁਲ ਨਹੀਂ ਕਰਨਾ। ਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਐਵੇਂ ਬਿਨਾਂ ਗੱਲਬਾਤ ਤੋਂ ਹੀ ਸਰਕਾਰ ਤੇ ਲਾਣਾ, ਤੇ ਤਾਂ ਮੈਂ ਸਰਦਾਰ ਗੁਰਚਰਨ ਸਿੰਘ ਗਰੇਵਾਲ ਉਹਨਾਂ ਨੂੰ ਵੀ ਕਹੂੰਗਾ ਇਹ ਸਾਰੇ ਮਿਲ ਕੇ ਚੀਫ ਮਿਨਿਸਟਰ ਹਰਿਆਣਾ ਨਾਲ ਗੱਲ ਕਰ ਸਕਦੇ ਜੇ ਇਹਨਾਂ ਨੂੰ ਕੋਈ ਗੱਲ ਲੱਗਦੀ ਹੈ ਇਸ ਤਰ੍ਹਾਂ ਦੀ। ਦਾਦੂਵਾਲ ਜੀ ਵੀ ਗੱਲ ਕਰ ਸਕਦੇ ਆ, ਸਾਰਿਆਂ ਦੀ ਗੱਲ ਸੁਣਦੇ ਆ। ਤੇ ਕੋਈ ਕਹਿ ਦੇ ਕਿ ਸਾਡੀ ਗੱਲ ਬੀਜੇਪੀ ਨੇ ਨਹੀਂ ਸੁਣੀ। ਬੀਜੇਪੀ ਨੂੰ ਗੁਰਦੁਆਰਿਆਂ ਦੇ ਕੰਟਰੋਲ ਦੇ ਅੰਦਰ, ਉਹਦੇ ਪ੍ਰਬੰਧਾਂ ਦੇ ਅੰਦਰ ਕੋਈ ਦਿਲਚਸਪੀ ਨਹੀਂ। ਸਿੱਖੀ ਆਪਦਾ ਪ੍ਰਬੰਧ ਚਲਾਉਣਗੇ। ਸਿੱਖਾਂ ਨੇ ਸੇਵਾ ਤੇ ਸਿਮਰਨ ਦਾ ਸਿਧਾਂਤ ਆ ਜਿਹੜਾ ਗੁਰੂ ਸਾਹਿਬ ਨੇ ਦਿੱਤਾ, ਉਸੇ ਨੂੰ ਲੈ ਕੇ ਸਿੱਖ ਕੰਮ ਕਰਦੇ ਆ। ਅਸੀਂ ਐਵੇਂ ਹੀ ਇਹ ਰੌਲੇ ਪਾ ਕੇ ਆਪਣੇ ਆਪ ਨੂੰ ਹੀ ਬਦਨਾਮ ਕਰਨ 'ਚ ਲੱਗੇ ਹੋਏ ਕਿ ਗੁਰਦੁਆਰਿਆਂ ਲਈ ਅਸੀਂ ਲੜਾਈਆਂ ਲੜਦੇ ਹਾਂ, ਪ੍ਰਬੰਧਾਂ ਲਈ ਕਾਹਦੀ ਲੜਾਈ ਹੈ? ਕੁਛ ਵੀ ਨਹੀਂ ਹੈ।
ਦਾਦੂਵਾਲ ਜੀ ਨੇ ਬਹੁਤ ਵਧੀਆ ਕੰਮ ਚਲਾਇਆ ਹਰਿਆਣਾ 'ਚ ਪਹਿਲਾਂ, ਤੇ ਕੋਈ ਐਸੀ ਗੱਲ ਨਹੀਂ ਸੀ। ਹੁਣ ਨਵਾਂ ਜੀ। ਪ੍ਰਬੰਧ ਆ ਜਾਏਗਾ, ਉਹਦੇ 'ਚ ਵੀ ਇਸ ਮੁੱਖ ਮੰਤਰੀ ਨੂੰ ਮਿਲ ਕੇ ਗੱਲਬਾਤ ਦੱਸਣਗੇ ਵੀ ਸਿੱਖ ਸਿਧਾਂਤਾਂ ਦੇ ਮੁਤਾਬਕ ਆ ਜਿਹੜਾ ਸ਼ਬਦ ਹੈ ਇਹ ਠੀਕ ਨਹੀਂ ਹੈ, ਉਹ ਠੀਕ ਹੋ ਜਾਏਗਾ ਜੀ। ਗੁਰਚਰਨ ਸਿੰਘ ਗਰੇਵਾਲ ਜੀ, ਗੁਰਚਰਨ ਸਿੰਘ ਗਰੇਵਾਲ ਜੀ, ਤੁਸੀਂ ਦੋਵਾਂ ਪਾਸਿਆਂ ਤੋਂ ਗੱਲਬਾਤ ਸੁਣੀ ਹੈ। ਬਲਜੀਤ ਸਿੰਘ ਦਾਦੂਵਾਲ ਜੋ ਕਹਿ ਰਹੇ ਸੀ ਤੇ ਹੁਣ ਹਰਜੀਤ ਸਿੰਘ ਗਰੇਵਾਲ ਵੀ ਕਹਿ ਰਹੇ ਨੇ ਕਿ ਅਸੀਂ ਕਿਸੇ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਨਹੀਂ ਦਿੰਦੇ। ਹਰਿਆਣਾ ਦੇ ਸਿੱਖ ਹੀ ਚੁਣੇ ਜਾਣੇ ਨੇ ਐਡ ਹੌਕ ਕਮੇਟੀ ਦੇ ਵਿੱਚ ਹੀ, ਤੇ ਉਸ ਤੋਂ ਬਾਅਦ ਵੀ ਹਰਿਆਣਾ ਦੇ ਸਿੱਖਾਂ ਦੇ ਕੋਲ ਹੀ ਇਹ ਪ੍ਰਬੰਧ ਰਹੇਗਾ। ਦੇਖੋ ਜੀ, ਪਹਿਲਾਂ ਜਿਹੜੀ 1925 ਐਕਟ ਦੇ ਅਧੀਨ ਸ਼੍ਰੋਮਣੀ ਕਮੇਟੀ ਦੇ ਚੋਣ ਹੁੰਦੀ ਆ, ਉਹਦੇ 'ਚ 9 ਜਿਹੜੇ ਸਿੱਖ ਚੁਣੇ ਜਾਂਦੇ ਆ ਉਹ ਹਰਿਆਣੇ ਦੇ ਚੁਣੇ ਜਾਂਦੇ ਆ, ਨਾ ਕਿ ਪਾਕਿਸਤਾਨ ਤੋਂ ਆਉਂਦੇ ਆ ਜੀ। ਇਹ ਗੱਲਾਂ ਸਿਰਫ ਕਰਨ ਵਾਸਤੇ ਆ। ਪਹਿਲਾਂ ਵੀ ਉਹਨਾਂ ਕੋਲ ਹੀ ਪ੍ਰਬੰਧ ਸੀ। ਮੈਂ ਫੇਰ ਬੇਨਤੀ ਕਰਦਾ ਕਿ ਇਹੋ ਜਿਹਾ ਗੁੰਮਰਾਹਕੁਨ ਪ੍ਰਚਾਰ ਨਾ ਕਰੋ ਕਿ ਹਰਿਆਣੇ ਦਾ ਪ੍ਰਬੰਧ ਜਿਹੜਾ ਵਾ ਉਹ ਬਾਹਰ ਸੀ, ਪੈਸਾ ਚਲਾ ਜਾਂਦਾ ਸੀ, ਲੇਖਾ ਜੋਖਾ ਕਰੋ ਤੇ ਪੈਸਾ ਆਉਂਦਾ ਸੀ। ਮੈਂ ਇਹ ਗੱਲ ਕਰਦੀ ਚਾਹੁੰਦਾ, ਗਰੇਵਾਲ ਸਾਹਿਬ ਬੜੇ ਸਿਆਣੇ ਨੇ, ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਕਿ ਦੇਖੋ ਪਾਰਟੀ ਦਾ ਪ੍ਰਵਕਤਾ ਵਾ, ਉਹ ਪਾਰਟੀ ਦੇ ਲਾਈਨ ਤੋਂ ਪਾਸੇ ਨਹੀਂ ਜਾ ਸਕਦਾ। ਸੋ ਮੈਂ ਇਹਨਾਂ ਦਾ ਸਤਿਕਾਰ ਕਰਦਾ। ਇਹਨਾਂ ਨੇ ਕਿਹਾ ਕਿ ਲੋਕਤੰਤਰੀ ਢੰਗ ਨਾਲ ਜਾਂ ਨਿਆਂਪਾਲਿਕਾ ਦੇ ਮੁਤਾਬਕ, ਲੋਕਤੰਤਰ ਤਾਂ ਖਤਮ ਹੋ ਗਿਆ ਜੀ। ਚੁਣੇ ਹੋਏ ਲੋਕਾਂ ਨੂੰ ਤੁਸੀਂ ਲਾਂਭੇ ਕਰਤਾ। ਉਸ ਤੋਂ ਬਾਅਦ ਇੱਕ ਕਮੇਟੀ ਬਣਾਈ ਸਰਕਾਰ ਨੇ, ਉਹ ਵੀ ਤੁਹਾਡੇ ਪਸੰਦ ਨਾ ਆਈ, ਉਹ ਤੁਸੀਂ ਪਾਸੇ ਕਰਤਾ। ਹੁਣ ਤੁਸੀਂ ਕਹਿੰਦੇ ਹੋ, ਗਰੇਵਾਲ ਸਾਹਿਬ ਕਹਿ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਤਰ੍ਹਾਂ ਇਹਦੇ ਵਿੱਚ ਦਖਲ ਨਹੀਂ ਦਿੰਦੀ, ਚੋਣਾਂ ਨਾ ਲੜਦੀ ਆ ਨਾ ਲੜਾਉਂਦੀ ਆ, ਲੋੜ ਹੀ ਨਹੀਂ, ਨਾ ਚੋਣਾਂ ਤੁਹਾਨੂੰ ਲੜਨ ਦੀ ਲੋੜ ਆ ਨਾ ਲੜਾਉਣ ਦੀ ਲੋੜ ਆ, ਤੁਸੀਂ ਤਾਂ ਨਾਮਜ਼ਦ ਕਰਕੇ। ਮੈਂ ਇਹ ਗੱਲ ਕਰਦਾ ਹੁਣ ਜਿਹੜੇ ਹੁਣ ਗੱਲ ਹੋ ਰਹੀ ਸੀ ਕਿ ਸਿੱਖ ਹਰਿਆਣੇ ਦੇ ਚੁਣੇ ਜਾਣੇ, ਵਾਕਈ ਠੀਕ ਆ। ਪਹਿਲਾਂ ਝੀੜਾ ਸਾਹਿਬ ਉਹਨਾਂ ਨੇ ਚੁਣ ਲਏ, ਝੀੜਾ ਸਾਹਿਬ ਦੇ ਪ੍ਰਧਾਨਗੀ ਹੇਠ, ਤੇ ਹੁਣ ਦਾਦੂਵਾਲ ਸਾਹਿਬ ਦੀ ਪ੍ਰਧਾਨਗੀ ਹੇਠ ਚੁਣ ਲੈਣਗੇ। ਇੱਥੇ ਕੋਈ ਲੋਕਤੰਤਰ ਤਾਂ ਨਾ ਹੋਇਆ ਜੀ। ਹੁਣ ਕਹਿੰਦੇ ਜੀ 41 ਬੰਦੇ ਚੁਣੇ ਜਾਣੇ ਆ, 41 ਸਿੱਖ ਚੁਣੇ ਜਾਣ, ਤੇ 41 ਸਿੱਖ ਜਿਨ੍ਹਾਂ ਨੂੰ ਕਹਿੰਦੇ ਆ ਨਜ਼ਰ ਸਵੱਲੀ ਹੋਊਗੀ ਜਿਨ੍ਹਾਂ ਦੇ ਖੱਟਰ ਸਾਹਿਬ ਦੀ, ਉਹੀ ਚੁਣੇ ਜਾਣਗੇ। ਜਿਨ੍ਹਾਂ ਨੂੰ ਦਾਦੂਵਾਲ ਸਾਹਿਬ ਕਹਿਣਗੇ ਉਹੀ ਚੁਣੇ ਜਾਣਗੇ। ਸੋ ਮਤਲਬ ਇਹਦਾ ਇਹੀ ਆ ਕਿ ਤੁਸੀਂ ਤਾਂ ਥੋਪ ਦਿੱਤੇ, ਇਹਨੂੰ ਥੋਪਣ ਦੀ ਗੱਲ ਹੋਈ ਆ। ਹੁਣ ਦਾਦੂਵਾਲ ਸਾਹਿਬ ਨੇ ਇਹਦੇ ਵਿੱਚ ਆਪ ਹੀ ਜ਼ਿਕਰ ਕਰਤਾ ਵੀ ਕੀ ਦਾਦੂਵਾਲ ਸਾਹਿਬ ਦੀ ਰਾਏ ਨਾਲ ਹੋ ਰਿਹਾ ਸਾਰਾ ਕੁਝ। ਜੇ ਪੈਟਰਨ ਦੀ ਗੱਲ ਆ, ਕਿੱਡਾ ਵਧੀਆ ਗੱਲ ਕੀਤਾ, ਮੈਂ ਸਤਿਕਾਰ ਕਰਨਾ, ਕਿਉਂਕਿ ਫਿਰ ਵੀ ਕਿਵੇਂ ਵੀ ਹੈ ਜੋ ਮਰਜ਼ੀ ਹੋਵੇ, ਪਰ ਸਿੱਖ ਪ੍ਰਚਾਰਕ ਨੇ ਉਹ ਇਸ ਸਿਧਾਂਤ ਨੂੰ ਸਮਝਦੇ ਨੇ। ਤੋ ਇਹ ਗੱਲਾਂ ਹਾਲੇ ਤਾਂ ਕਹਿੰਦੇ ਕੋ ਨਾ ਚੱਲੀ ਬਾਬਾ ਧਿਆਈ, ਹਾਲੇ ਤਾਂ ਅਸੀਂ ਬਣਾਈ ਵੀ ਨਹੀਂ। ਕਮੇਟੀ ਦੇ ਪਹਿਲਾਂ ਹੀ ਇਸ ਗੱਲ ਦਾ ਰੌਲਾ ਪਿਆ। ਉਦੋਂ ਪਹਿਲਾਂ ਜੋ ਕੁਛ ਹੋਇਆ, 3-4 ਪ੍ਰਧਾਨ ਬਣ ਗਏ, ਇੱਕ ਦੂਜੇ ਨੂੰ ਸਰੂਪੇ ਪਾਈ ਜਾਂਦੇ ਆ। ਦੇਖੋ, ਸਿੱਖਾਂ ਨੂੰ ਲੜਾਉਣ ਦਾ ਮਸਲਾ ਬਣ ਗਿਆ। ਸਿੱਖ ਕਮਜ਼ੋਰ ਹੋ ਰਹੇ ਨੇ, ਸਿੱਖਾਂ ਦੀ ਸ਼ਕਤੀ ਜਿਹੜੀ ਆ ਉਹ ਕਮਜ਼ੋਰ ਕੀਤੀ ਜਾ ਰਹੀ ਆ ਸਾਜ਼ੀ ਢੰਗ ਨਾਲ। ਇਸ ਫੈਸਲੇ ਤੋਂ ਬਾਅਦ ਸਿੱਖਾਂ ਦੇ ਅੰਦਰ ਇੱਕ ਰੋਹ ਪੈਦਾ ਹੋਏਗਾ। ਮੈਂ ਬੇਨਤੀ ਕਰਦਾ ਕਿ ਗਰੇਵਾਲ ਸਾਹਿਬ ਨੂੰ, ਹਰਜੀਤ ਸਿੰਘ ਗਰੇਵਾਲ ਜੀ ਨੂੰ, ਬੀਜੇਪੀ ਇਸ ਰੋਹ ਦਾ, ਜਿਵੇਂ ਕਹਿੰਦੇ ਹੁੰਦੇ ਆ, ਨੈਗੇਟਿਵਿਟੀ ਨਾ ਲਵੇ, ਜਦੋਂ ਕਿ ਇਹ ਬੀਜੇਪੀ ਨਾਲ ਸਿੱਖਾਂ ਦਾ ਕੋਈ ਮਸਲਾ ਨਹੀਂ, ਸਿੱਖਾਂ ਦੀ ਕੋਈ ਲੜਾਈ ਨਹੀਂ, ਉਹ ਇਸ ਰਸਤੇ ਤੇ ਨਾ ਪਵੇ। ਸਿੱਖ ਜਿਹੜੇ ਆ ਇਸ ਦੇਸ਼ ਦੇ ਲਈ ਬੜੀਆਂ ਕੁਰਬਾਨੀਆਂ ਕਰਦੇ ਨੇ। ਅਸੀਂ ਤਾਂ ਪਹਿਲਾਂ ਹੀ ਠਾਣੀ ਬੈਠੇ ਆ ਕਿ ਕਾਂਗਰਸ ਜਿਹੜੀ ਆ ਸਿੱਖ ਵਿਰੋਧੀ ਪਾਰਟੀ ਹੈ, ਤੇ ਕਿਉਂ ਬੀਜੇਪੀ ਇਸ ਰਸਤੇ ਤੁਰ ਕੇ ਕਿਉਂ ਸਿੱਖਾਂ ਦੇ ਮਨਾਂ ਦੇ ਅੰਦਰ ਐਸਾ ਪ੍ਰਭਾਵ ਪਾਉਂਦੀ ਆ, ਜਿਹੜਾ ਕਿ ਨਹੀਂ ਕਰਨਾ ਚਾਹੀਦਾ। ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਸੱਤਾ ਵੀ ਆਉਂਦੀ ਜਾਂਦੀ ਰਹਿਣੀ ਆ। ਸੋ ਇਸ ਕਰਕੇ ਇਹਨਾਂ ਗੱਲਾਂ ਲਈ ਅਸੀਂ ਅਪੀਲ ਕਰਾਂਗੇ। ਬੜੇ ਸਿਆਣੇ ਨੇ, ਦਾਦੂਵਾਲ ਸਾਹਿਬ ਵੀ ਬੜੇ ਸਿਆਣੇ ਨੇ। ਜਿਵੇਂ ਜ਼ਿਕਰ ਹੋਇਆ ਕਿ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਆਪਾਂ ਮੁੜ ਬੈਠ ਕੇ ਵਿਚਾਰ ਕਰੀਏ, ਸਿੱਖਾਂ ਦੀ ਸ਼ਕਤੀ ਨੂੰ ਨਾ ਤੋੜੀਏ। ਇਹ ਇਤਿਹਾਸ ਜਿਹੜਾ ਅਗਲਾ ਲਿਖਿਆ ਜਾਣਾ, ਉਹਦੇ 'ਚ ਅਸੀਂ ਤੋੜਨ ਵਾਲੇ ਤੌਰ ਤੇ ਜਾਣੇ ਜਾਵਾਂਗੇ, ਅਸੀਂ ਉਹਨੂੰ ਜੋੜਨ ਵਾਲੇ ਤੌਰ ਤੇ ਨਹੀਂ ਜਾਣੇ ਜਾਵਾਂਗੇ। ਬੇਨਤੀ ਕਰਾਂਗੇ ਦਾਦੂਵਾਲ ਸਾਹਿਬ ਨੂੰ ਕਿ ਦਾਦੂਵਾਲ ਸਾਹਿਬ ਪਿਛਲੇ ਸਮੇਂ ਸੰਘਰਸ਼ ਲੜੇ ਨੇ, ਬੜੀ ਚੰਗੀ ਸ਼ਖਸੀਅਤ ਨੇ, ਤੇ ਆਪਾਂ ਇਸ ਮਾਮਲੇ 'ਚ ਨਾ ਪੈ ਕੇ ਸਿੱਖਾਂ ਦੀ ਸ਼ਕਤੀ ਨੂੰ ਨਾ ਤੋੜੀਏ। ਜਦੋਂ ਵੀ ਹਰਿਆਣਾ ਦਾ ਸਿੱਖ ਵੱਖਰਾ, ਪੰਜਾਬ ਦਾ ਸਿੱਖ ਵੱਖਰਾ, ਹਰਿਆਣਾ ਦਾ ਸਿੱਖ ਵੱਖਰਾ, ਦਿੱਲੀ ਦਾ ਸਿੱਖ ਵੱਖਰਾ ਘੁਆ ਕੇ ਅਸੀਂ ਇਹ ਸਿੱਖਾਂ ਦੇ ਭਲੇ ਦੀ ਗੱਲ ਨਹੀਂ ਕਰਦੇ। ਇੱਕ ਆਖਰੀ ਰਿਐਕਸ਼ਨ ਦਾਦੂਵਾਲ ਜੀ। ਦੇਖੋ, ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਰਦਾਰ ਹਰਜੀਤ ਸਿੰਘ ਗਰੇਵਾਲ, ਉਹਨਾਂ ਨੇ ਆਪਣੀ ਪਾਰਟੀ ਦਾ ਪੱਖ ਕੋਈ ਬਿਲਕੁਲ ਦਖਲਅੰਦਾਜ਼ੀ ਜਿਹੜੀ ਨਹੀਂ ਕਰੇਗੀ। ਨਾ ਹੀ ਮੈਂ ਤੁਹਾਨੂੰ ਜਵਾਬ ਸਾਂਝਾ ਕੀਤਾ ਕਿ ਪਿਛਲੇ 2 ਸਾਲਾਂ ਵਿੱਚ ਸਾਡੇ ਪ੍ਰਬੰਧ ਵਿੱਚ ਕੋਈ ਤੀਸਰੀ ਆਪਣਾ ਗੁਰਚਰਨ ਸਿੰਘ ਗਰੇਵਾਲ ਜੀ ਨੇ ਕਹੀ ਹੈ ਬਤੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਪਹਿਲੀ ਗੱਲ ਤਾਂ ਹਰਿਆਣੇ ਚੋਂ 11 ਮੈਂਬਰ ਜਾਂਦੇ, 9 ਨਹੀਂ 11, ਉਹ ਥੋੜਾ ਜਿਹਾ ਦਰੁਸਤ ਕਰਨ ਵਾਲਾ ਉਹਨਾਂ ਨੂੰ। ਹਾਂ, ਤੁਸੀਂ 9 ਕਹਿ ਗਏ ਸੀਗੇ। ਇੱਕ 12ਵਾਂ ਮੈਂਬਰ ਨੋਮੀਨੇਟ ਆ। ਦੇਖੋ, ਜਿੱਥੇ ਨਜ਼ਰ ਸਵੱਲੀ ਦੀ ਗੱਲ ਆਉਂਦੀ ਆ, ਹੁਣ ਗਰੇਵਾਲ ਸਾਹਿਬ ਦੱਸਣਗੇ ਮੈਨੂੰ ਕਿ ਰਘੂਜੀਤ ਸਿੰਘ ਜੀ ਵਿਰਕ ਜਿਹੜੇ ਕਦੇ ਵੀ ਚੋਣ ਨਹੀਂ ਜਿੱਤੇ ਹਰਿਆਣਾ ਚੋਂ, ਪਰ ਉਹਨਾਂ ਤੇ ਬਾਦਲ ਪਰਿਵਾਰ ਦੀ ਨਜ਼ਰ ਸਵੱਲੀ ਆ ਤੇ ਉਹਨਾਂ ਨੂੰ ਮੈਂਬਰ ਨੋਮੀਨੇਟ ਕੀਤਾ ਹੋਇਆ ਉਹਨਾਂ ਨੇ। ਰਘੂਜੀਤ ਸਿੰਘ ਵਿਰਕ ਹੈ ਔਰ ਉਹਨਾਂ ਨੂੰ ਨੋਮੀਨੇਟ ਕੀਤਾ ਹੋਇਆ, ਬਾਦਲ ਪਰਿਵਾਰ ਦੀ ਨਜ਼ਰ ਸਵੱਲੀ ਆ ਉਹਨਾਂ ਤੇ। ਔਰ ਦੂਸਰੀ ਗੱਲ
ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਕਿ ਜਿਹੜੇ ਮੈਂਬਰ ਚੁਣੇ ਹੋਏ ਸੀ 11 ਉਹਨਾਂ ਚੋਂ ਵੀ ਅੱਧੋਂ ਵੱਧ ਮੈਂਬਰ ਤਾਂ ਹਰਿਆਣਾ ਕਮੇਟੀ ਦੇ ਪੱਖ 'ਚ ਆਪਣਾ ਜਿਹੜਾ ਹੈਗਾ ਉਹ ਬਿਆਨ ਐਲਾਨ ਕਰ ਚੁੱਕੇ ਹੈ ਕਿ ਅਸੀਂ ਹਰਿਆਣਾ ਕਮੇਟੀ ਦੇ ਹੱਕ ਵਿੱਚ ਆ, ਕਿਉਂਕਿ ਹਰਿਆਣੇ ਦੇ ਸਿੱਖਾਂ ਨੂੰ ਜਿਹੜਾ ਇਹ ਹੱਕ ਮਿਲਣਾ ਚਾਹੀਦਾ ਔਰ ਉਹ ਐਲਾਨ ਕਰਕੇ ਬਕਾਇਦਾ ਆ ਚੁੱਕੇ ਨੇ। ਸਾਬਕਾ ਇਹਨਾਂ ਦੇ ਐਗਜ਼ੈਕਟਿਵ ਮੈਂਬਰ ਵੀ ਨੇ, ਮੌਜੂਦਾ SGPC ਮੈਂਬਰ ਵੀ ਨੇ ਉਹ। ਸੋ ਇਸ ਕਾਰਨ ਕਰਕੇ ਇਹ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਹਰਿਆਣੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ ਹੈ ਕਿਸੇ ਤਰ੍ਹਾਂ ਦਾ। ਹਾਂ ਕੋਈ ਉਹਦੇ ਵਾਸਤੇ ਤਾਂ ਕੋਈ ਕਹਿ ਸਕਦਾ, ਪਰ ਹਰਿਆਣਾ ਕਮੇਟੀ ਦੇ ਨਾਂ ਤੇ ਕਿਸੇ ਤਰ੍ਹਾਂ ਦਾ ਹਰਿਆਣੇ ਦੇ ਸਿੱਖਾਂ 'ਚ ਕੋਈ ਮਤਭੇਦ ਨਹੀਂ ਹੈ। ਸਾਰੇ ਚਾਹੁੰਦੇ ਸੀ ਕਿ ਹਰਿਆਣੇ ਦੀ ਕਮੇਟੀ ਜਿਹੜੀ ਵੱਖਰੀ ਬਣੇ ਤੇ ਉਹ ਬਣਾਈ ਹੈ ਸਰਕਾਰ ਨੇ। ਕਾਨੂੰਨੀ ਮਾਨਤਾ ਜਿਹੜੀ ਆ ਹੁਣ ਸੁਪਰੀਮ ਕੋਰਟ ਨੇ ਦਿੱਤੀ ਆ। ਉਹ ਤਾਂ ਹੁਣ ਮੈਂ ਅਪੀਲ ਸਗੋਂ ਕਰਨੀ ਚਾਹੁੰਦਾ ਕਿ ਹਰਿਆਣੇ ਦੇ ਸਿੱਖਾਂ ਨੂੰ ਪ੍ਰਬੰਧ ਜਿਹੜਾ ਉਹ ਖੁਦ ਆ ਕੇ SGPC ਨੂੰ ਜਿਹੜਾ ਹੈਗਾ ਉਹ ਸੰਭਾਲ ਦੇਣਾ ਚਾਹੀਦਾ ਤਾਂ ਕਿ ਇੱਕ ਭਾਈਚਾਰਾ ਪਿਆਰ ਵੀ ਬਣਿਆ ਰਹੇ। ਜਿੱਥੋਂ ਤੱਕ ਇਹਨਾਂ ਨੇ ਗਰੇਵਾਲ ਸਾਹਿਬ ਨੇ ਵੀ ਕਿਹਾ ਪੈਟਰਨ ਵਾਲੀ, ਉਹ ਮੈਂ ਪਹਿਲਾਂ ਕਹਿ ਚੁੱਕਿਆ ਕਿ ਮੈਂ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦਾ ਵਾਂ। ਮੇਰੇ ਵਾਸਤੇ ਅਹੁਦਾ ਜਾਂ ਕੋਈ ਹੋਰ ਵੱਡੀ ਗੱਲ ਨਹੀਂ ਹੈ। ਮੈਂ ਸਰਕਾਰ ਦੇ ਧਿਆਨ 'ਚ ਲਿਆਵਾਂਗਾ ਕਿ ਇਹ ਜਿਹੜਾ ਪੈਟਰਨ ਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਗ੍ਹਾ ਕਿਸੇ ਵਿਅਕਤੀ ਨੂੰ ਨਹੀਂ ਦਿੱਤੀ ਜਾ ਸਕਦੀ ਤੇ ਇਹਦੇ 'ਚੋਂ ਸ਼ੋਧ ਵੀ ਕਰ ਲੈਣਗੇ, ਕੋਈ ਵੱਡੀ ਗੱਲ ਨਹੀਂ। ਪਹਿਲਾਂ ਵੀ ਜਿਵੇਂ ਅਮੈਂਡਮੈਂਟ ਕੀਤੀ ਆ, ਮੁੱਖ ਮੰਤਰੀ ਸਾਹਿਬ ਜਿਹੜੇ ਉਹ ਹਰ ਗੱਲ ਨੂੰ ਸਮਝਦੇ ਆ। ਮੈਨੂੰ ਪੂਰੀ ਆਸ ਆ ਕਿ ਉਹ ਕੋਈ ਅੜੀਅਲ ਵਤੀਰਾ ਨਹੀਂ ਇਹਦੇ ਤੇ ਹੋਏਗਾ ਉਹਨਾਂ ਦਾ। ਜਿਵੇਂ ਪਹਿਲਾਂ ਉਹਨਾਂ ਨੇ 2 ਸਾਲ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ, ਉਹ ਇਹਦੇ ਵਿੱਚ ਵੀ ਸਾਨੂੰ ਪੂਰਾ ਸਹਿਯੋਗ ਦੇਣਗੇ। ਜਿਹੜੀ ਕੋਈ ਗੁਰਮਰਿਆਦਾ ਦੇ ਉਲਟ ਗੱਲ ਹੋਏਗੀ ਉਹਦੇ ਵਿੱਚ ਹਰਿਆਣਾ ਸਰਕਾਰ ਸੋਧ ਕਰਨ ਲੱਗੀ ਜਿਹੜੀ ਆ, ਮੈਨੂੰ ਨਹੀਂ ਉਮੀਦ ਕਿ ਕੋਈ ਇਹਦੇ 'ਚ ਕੋਈ ਹਿਚਕਚਾਹਟ ਹੋਏਗੀ। ਜੀ ਜੀ, ਚਲੋ ਸ਼ੁਕਰੀਆ ਦਾਦੂਵਾਲ ਜੀ ਸਾਡੇ ਨਾਲ ਜੁੜਨ ਦੇ ਲਈ। ਗੁਰਚਰਨ ਸਿੰਘ ਗਰੇਵਾਲ ਜੀ ਤੁਹਾਡਾ ਵੀ ਸ਼ੁਕਰੀਆ, ਹਰਜੀਤ ਗਰੇਵਾਲ ਜੀ ਤੁਹਾਡਾ ਵੀ ਸ਼ੁਕਰੀਆ। ਤਾਂ SGPC ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਿੱਧਾ ਹੁਣ ਹਰਿਆਣਾ ਸਰਕਾਰ ਦਖਲ ਦੇਏਗੀ ਹਰਿਆਣਾ SGPC ਦੇ ਵਿੱਚ। ਐਡਹੌਕ ਕਮੇਟੀ ਨੂੰ ਲੈ ਕੇ ਜੋ ਆਰਡੀਨੈਂਸ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਸਖਤ ਇਤਰਾਜ਼ ਜਤਾਇਆ ਹੈ। ਤੇ ਦੂਸਰੇ ਪਾਸੇ ਦਾਦੂਵਾਲ ਜੀ ਵੀ ਸਾਡੇ ਨਾਲ ਜੁੜੇ, ਹਰਜੀਤ ਸਿੰਘ ਗਰੇਵਾਲ ਸਾਡੇ ਨਾਲ ਜੁੜੇ, ਉਹਨਾਂ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਹੈ। ਹਰਿਆਣਾ SGMC ਦੇ ਵਿੱਚ BJP ਕੋਈ ਦਖਲ ਨਹੀਂ ਦੇਗੀ ਜਾਂ ਸਰਕਾਰ ਕੋਈ ਦਖਲ ਨਹੀਂ ਦੇਗੀ, ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ। ਹਰਿਆਣਾ SGMC ਐਕਟ ਨੂੰ ਲੈ ਕੇ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜਤਾਇਆ ਹੈ ਆਰਡੀਨੈਂਸ ਨੂੰ ਲੈ ਕੇ, ਐਡਹੌਕ ਕਮੇਟੀ ਨੂੰ ਲੈ ਕੇ। ਕਿਹਾ ਕਿ ਜੋ ਅਸੀਂ ਖਦਸ਼ਾ ਜਤਾਇਆ ਸੀ ਉਹੀ ਹੋ ਰਿਹਾ ਹੈ, ਸਰਕਾਰ ਸਿੱਧਾ ਕਮੇਟੀ ਤੇ ਕੰਟਰੋਲ ਕਰ ਰਹੀ ਹੈ।